ਗੁਰੂ ਸਾਹਿਬ ਨੇ ਮਾਛੀਵਾੜੇ ਪੁੱਜ ਕੇ ਯਾਰੜੇ ਦੇ ਸੱਥਰ ਨੂੰ ਵੀ ਸੱਧਰਾਂ ਦੀ ਸੱਥ ਬਣਾ ਦਿੱਤਾ। ਉਹਨਾਂ ਕਕਰੀਲੀਆਂ ਕਾਲੀਆਂ ਰਾਤਾਂ ਵਿੱਚ ਟਿੰਡ ਦੇ ਸਰਾਣੇ 'ਤੇ ਵੀ ਚੜ੍ਹਦੀ ਕਲਾ ਦੇ ਚੰਨ ਦੀ ਲੋ ਸਦਾ ਉਹਨਾਂ ਨਾਲ ਇਵੇਂ ਰਹੀ ਜਿਵੇਂ ਦਰਿਆਵਾਂ ਦੇ ਵਗਦੇ ਪਾਣੀਆਂ ਨਾਲ ਉਹਨਾਂ ਦੀ ਕਲ-ਕਲ ਹੁੰਦੀ ਹੈ। ਸ਼ਹਾਦਤ ਦੇ ਸਫ਼ਰ 'ਚ ਗੁਰੂ ਸਾਹਿਬ ਆਪਣਾ ਸਭ ਕੁਝ ਵਾਰ ਕੇ ਵੀ ਕਿਤੇ ਥੜਕੇ ਨਹੀਂ। ਸਗੋਂ ਅੱਜ ਉਹਨਾਂ ਦੇ ਸਫ਼ਰ ਦੀ ਕਹਾਣੀ ਸੁਣਦਿਆਂ ਅਸੀਂ ਵੀ ਆਪਣੀ ਰੂਹ ਅੰਦਰ ਵਲਵਲਿਆਂ ਦੀ ਉਹ ਲਹਿਰ ਮਹਿਸੂਸ ਕਰਦੇ ਹਾਂ ਜਿਸ ਦੇ ਸਾਹਮਣੇ ਗਜਨੀ ਦੇ ਸੂਰਮੇ ਕੱਖਾਂ ਦੇ ਕਲੀਰੇ ਸਾਬਤ ਹੋਏ ਸੀ। ਸਤਿਗੁਰੂ ਜੀ ਨੂੰ ਹਾਲਾਤ ਲਾਚਾਰ ਨਹੀਂ ਕਰ ਸਕਦੇ। ਚੜ੍ਹਦੀ ਕਲਾ ਵਿੱਚ ਨੇ ਸਿੱਖ, ਜਿਸ ਤਰ੍ਹਾਂ ਦੇ ਵੀ ਹਾਲਾਤਾਂ ਵਿੱਚ ਨੇ। ਦੂਸਰਾ ਜਿਹੜਾ ਪਹਿਲੂ ਹੈ ਵੀ ਜਦੋਂ ਅਸੀਂ ਪੀਰ ਭੀਖਨ ਸ਼ਾਹ, ਪੀਰ ਬੁੱਧੂ ਸ਼ਾਹ, ਪੰਡਤ ਸ਼ਿਵਦਾਸ ਦੀਆਂ ਨਿਗਾਹਾਂ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਾਂ, ਫਿਰ ਸਾਨੂੰ ਗੁਰੂ ਸਾਹਿਬ ਜੀ ਸਧਾਰਨ ਮਨੁੱਖ ਨਹੀਂ ਨਜ਼ਰ ਆਉਣਗੇ, ਸਾਨੂੰ ਉਹ ਖੁਦਾ ਦਾ ਨੂਰ ਅਤੇ ਭਗਵਾਨ ਦੀ ਮੂਰਤ ਨਜ਼ਰ ਆਉਣਗੇ ਜਦੋਂ ਅਸੀਂ ਉਹ ਰੂਹਾਨੀ ਅੱਖਾਂ ਨਾਲ ਤੱਕਦੇ ਹਾਂ। ਜਦੋਂ ਹਾਲਾਤ ਸਿੰਘਾਂ ਨੂੰ ਲੱਗਿਆ ਕਿ ਵੀ ਸਾਨੂੰ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਘੇਰਿਆ ਹੋਇਆ, ਇੱਥੋਂ ਗੁਰੂ ਸਾਹਿਬ ਦਾ ਬਚ ਕੇ ਜਾਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਗੁਰੂ ਸਾਹਿਬ ਉੱਥੇ ਉਸ ਜੰਗ 'ਚ ਰੁੱਝ ਜਾਂਦੇ ਜਾਂ ਕੁਦਰਤ ਦਾ ਭਾਣਾ ਹੁੰਦਾ ਸ਼ਹੀਦ ਹੋ ਜਾਂਦੇ ਤਾਂ ਪਿੱਛੋਂ ਕੌਮ ਨੂੰ ਸੰਭਾਲਣ ਵਾਲਾ, ਸੇਧ ਦੇਣ ਵਾਲਾ ਕੋਈ ਨਹੀਂ ਸੀਗਾ। ਮਾਛੀਵਾੜੇ ਤੋਂ ਮੁਗਲ ਫੌਜ ਦੇ ਘੇਰੇ 'ਚੋਂ ਨਿਕਲਣ ਲਈ ਗੁਰੂ ਸਾਹਿਬ ਨੇ ਨੀਲੇ ਕੱਪੜੇ ਪਾ ਕੇ ਆਪਣੇ ਕੇਸ ਖੋਲ੍ਹ ਕੇ ਪਿੱਛੇ ਸੁੱਟ ਲਏ। ਬਾਬਾ ਨਿਹੰਗ ਖਾਨ, ਉਹਨਾਂ ਦੀ ਭੈਣ ਬੀਬੀ ਉਮਰੀ ਦੇ ਪੁੱਤਰ ਭਾਈ ਨਬੀ ਖਾਨ ਤੇ ਭਾਈ ਗਨੀ ਖਾਨ ਇੱਕ ਵਾਰ ਫੇਰ ਹਾਜ਼ਰ ਸਨ ਸੁਨਹਿਰੀ ਸਿਆਹੀ ਨਾਲ ਇਤਿਹਾਸ ਦੇ ਵਾਕਿਆਂ ਤੇ ਮਨੁੱਖਤਾ ਦੇ ਇਸ਼ਕ ਦੀ ਇਬਾਰਤ ਲਿਖਣ ਲਈ। ਦੋਵੇਂ ਪਠਾਨ ਭਰਾ ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ ਗੁਰੂ ਸਾਹਿਬ ਨੂੰ ਪਾਲਕੀ ਵਿੱਚ ਬਿਠਾ ਕੇ ਤੁਰ ਪਏ। ਰਸਤੇ ਵਿੱਚ ਜੇ ਕੋਈ ਪੁੱਛਦਾ ਸੀ ਤਾਂ ਦੋਵੇਂ ਭਰਾ ਕਹਿ ਦਿੰਦੇ ਸੀ ਕਿ ਉਹ ਆਪਣੇ ਉੱਚਦੇ ਪੀਰ ਨੂੰ ਲੈ ਕੇ ਜਾ ਰਹੇ ਨੇ। ਰਸਤੇ ਵਿੱਚ ਗੁਰੂ ਜੀ ਦੀ ਭਾਲ ਕਰਦੀ ਗਸ਼ਤੀ ਫੌਜ ਟੱਕਰ ਪਈ। ਦੋਵਾਂ ਪਠਾਨ ਭਰਾਵਾਂ ਨੇ ਫੌਜ ਦੀ ਤਸੱਲੀ ਕਰਵਾ ਦਿੱਤੀ, ਪਰ ਵਧੇਰੇ ਪਕਿਆਈ ਕਰਨ ਲਈ ਕਾਜੀ ਪੀਰ ਮੁਹੰਮਦ ਸਲੋਹ ਵਾਲੇ ਨੂੰ ਬੁਲਾਇਆ ਗਿਆ। ਉਸ ਤੋਂ ਗੁਰੂ ਸਾਹਿਬ ਨੇ ਕਦੇ ਫਾਰਸੀ ਪੜ੍ਹੀ ਸੀ। ਉਸ ਨੂੰ ਕਿਹਾ ਗਿਆ ਕਿ ਉਹ ਵੇਖ ਕੇ ਦੱਸੇ ਕਿ ਇਹ ਗੁਰੂ ਗੋਬਿੰਦ ਸਿੰਘ ਤਾਂ ਨਹੀਂ। ਕਾਜੀ ਨੇ ਕਹਿ ਦਿੱਤਾ ਕਿ ਇਹ ਸੱਚੇ ਸਾਈਂ ਹਨ, ਪੁੱਜੇ ਹੋਏ ਉੱਚਦੇ ਪੀਰ ਹਨ। ਫੌਜ ਵਾਪਸ ਪਰਤ ਗਈ। ਮਾਛੀਵਾੜੇ ਤੋਂ ਦੀਨਾ ਕਾਂਗੜ ਜਾਣ ਲਈ ਗੁਰੂ ਸਾਹਿਬ ਨੇ ਸਿੱਧਾ ਰਸਤਾ ਨਹੀਂ ਲਿਆ, ਸਗੋਂ ਗੜੀ ਤਰਖਾਣਾ, ਘੁੰਗਰਾਲੀ, ਮਾਨੂਪੁਰ ਤੇ ਭੜੀ ਵਿੱਚੋਂ ਲੰਘਦੇ ਹੋਏ ਅਜਨੇਰ ਪੁੱਜੇ ਤੇ ਕਾਜੀ ਚਿਰਾਗ ਦੀਨ ਦੇ ਦਿਲ ਦੀ ਦੇਹਲੀ ਨੂੰ ਜਾ ਭਾਗ ਲਾਏ। ਭਾਈ ਨਬੀ ਖਾਂ ਤੇ ਗਨੀ ਖਾਂ ਦੋ ਮੁਸਲਮਾਨ ਭਾਈਚਾਰੇ 'ਚੋਂ ਸੀਗੇ, ਬਹੁਤ ਗੁਰੂ ਸਾਹਿਬ ਦੇ ਸ਼ਰਧਾਲੂ ਸੀਗੇ। ਉੱਥੇ ਇੱਕ ਗੁਲਾਬ ਦੀ ਬੀਬੀ ਵੀ ਸੀਗੀ ਜਿਨ੍ਹਾਂ ਨੇ ਗੁਰੂ ਸਾਹਿਬ ਵਾਸਤੇ ਇੱਕ ਬਾਣਾ ਬੁਣਿਆ ਹੋਇਆ ਸੀਗਾ। ਉਹਨਾਂ ਨੂੰ ਉਹ ਜੰਗਲ 'ਚ ਜਾ ਕੇ ਅਰਪਣ ਕੀਤਾ। ਭਾਈ ਨਬੀ ਖਾਂ ਤੇ ਗਨੀ ਖਾਨ ਨੇ ਗੁਰੂ ਸਾਹਿਬ ਨੂੰ ਉੱਥੋਂ ਮਾਛੀਵਾੜੇ 'ਚੋਂ, ਮੁਗਲਾਂ ਦੇ ਘੇਰੇ 'ਚੋਂ ਕੱਢਣ ਦਾ ਇੱਕ ਬਹੁਤ ਅੱਛਾ ਢੰਗ ਸੋਚਿਆ। ਉਹਨਾਂ ਨੇ ਗੁਰੂ ਸਾਹਿਬ ਨੂੰ ਉੱਚਦਾ ਪੀਰ ਬਣਾ ਕੇ ਉੱਥੋਂ ਮਾਛੀਵਾੜਾ 'ਚੋਂ ਇੱਕ ਆਪਣੀ ਮੰਜੇ 'ਤੇ ਚਾਰਪਾਈ 'ਤੇ ਬਿਠਾ ਕੇ ਉਹਨਾਂ ਦੇ ਕੇਸ ਗੁਰੂ ਸਾਹਿਬ ਨੇ ਖੋਲ੍ਹੇ ਹੋਏ ਸੀ ਅਤੇ ਉਹਨਾਂ ਵਰਗਾ ਹੀ ਬਾਣਾ ਪਹਿਨਿਆ ਹੋਇਆ ਸੀ, ਉੱਚ ਦਾ ਪੀਰ ਬਣ ਕੇ। ਉਹ ਫਿਰ ਮਾਛੀਵਾੜੇ ਵਿੱਚੋਂ ਉਹਨਾਂ ਨੂੰ ਬਾਹਰ ਲਿਆਇਆ ਗਿਆ। ਮਾਤਾ ਜੀਤੋ ਜੀ ਪਾਸ ਸਵੇਰੇ ਸਵੇਰੇ ਦਸਮ ਪਾਤਸ਼ਾਹ ਹਜ਼ੂਰ ਇੱਕ ਦਿਨ
ਸਵੇਰ ਦਾ ਭੋਜਨ ਜਿਸ ਨੂੰ ਅਸੀਂ ਨਾਸ਼ਤਾ ਕਹਿੰਦੇ ਹਾਂ ਉਹ ਕਰਨ ਗਏ। ਗੁਰੂ ਸਾਹਿਬ ਨੇ ਭੋਜਨ ਛਕਿਆ ਮਾਤਾ ਜੀਤੋ ਜੀ ਦੇ ਸਥਾਨ 'ਤੇ। ਆਮ ਤੌਰ 'ਤੇ ਭੋਜਨ ਛਕ ਕੇ ਗੁਰੂ ਸਾਹਿਬ ਦੀਵਾਨਾਂ ਵਿੱਚ ਚਲੇ ਜਾਂਦੇ ਸਨ, ਲੇਕਿਨ ਉਸ ਦਿਨ ਪਲੰਗ 'ਤੇ ਬੈਠੇ ਰਹੇ। ਮਾਤਾ ਜੀਤੋ ਜੀ ਉਸ ਦਿਨ ਬੇਹੱਦ ਉਦਾਸ ਸਨ। ਉਹਨਾਂ ਦੇ ਚਿਹਰੇ 'ਤੇ ਅੰਤਾਂ ਦੀ ਉਦਾਸੀ ਸੀ। ਗੁਰੂ ਸਾਹਿਬ ਪੜ੍ਹ ਰਹੇ ਸਨ ਉਹਨਾਂ ਦੇ ਮੱਥੇ 'ਤੇ ਲਿਖੀ ਹੋਈ ਉਦਾਸੀ ਦੀ ਤਹਿਰੀਰ। ਉਹਨਾਂ ਪੁੱਛਿਆ ਕਿ ਜੀਤੋ, ਅੱਜ ਤੁਹਾਡਾ ਚਿਹਰਾ ਬਹੁਤ ਉਤਰਿਆ, ਕੀ ਕਾਰਨ ਹੈ? ਮਾਤਾ ਜੀਤੋ ਜੀ ਨੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਗੁਰੂ ਸਾਹਿਬ ਬਾਰ-ਬਾਰ ਇਸਰਾਰ ਕਰਦੇ ਰਹੇ ਕਿ ਨਹੀਂ, ਮੈਨੂੰ ਦੱਸੋ ਕੀ ਵਜ੍ਹਾ ਹੈ ਤੁਹਾਡੀ ਉਦਾਸੀ ਦੀ। ਤਦ ਮਾਤਾ ਜੀਤੋ ਜੀ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਪਾਤਸ਼ਾਹ, ਰਾਤ ਬੜਾ ਭਿਆਨਕ ਸੁਪਨਾ ਆਇਆ। ਉਹ ਸੁਪਨੇ ਵਿੱਚ ਮੈਂ ਦੇਖਿਆ ਕਿ ਚਾਰੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋ ਗਈਆਂ ਨੇ। ਜਦੋਂ ਇੰਨੀ ਗੱਲ ਮਾਤਾ ਜੀਤੋ ਜੀ ਦੇ ਮੂੰਹ ਸੁਣੀ ਤਾਂ 10ਵੇਂ ਪਾਤਸ਼ਾਹ ਕੁਝ ਦੇਰ ਲਈ ਖਾਮੋਸ਼ ਹੋ ਗਏ, ਇਸੇ ਤਰ੍ਹਾਂ ਪਲੰਗ 'ਤੇ ਬੈਠੇ ਰਹੇ, ਚੁੱਪ ਹੋ ਗਏ। ਗੁਰੂ ਸਾਹਿਬ ਅੱਗੋਂ ਫਰਮਾਉਂਦੇ ਨੇ ਕਿ ਜੀਤੋ, ਇਹ ਸੁਪਨਾ ਨਹੀਂ ਸੀ, ਇਹ ਇੱਕ ਹਕੀਕਤ ਸੀ। ਇਹ ਸਭ ਕੁਝ ਇਵੇਂ ਹੀ ਹੋਣਾ ਹੈ। ਤੁਹਾਨੂੰ ਪਹਿਲਾਂ ਦਰਸ਼ਨ ਹੋ ਗਏ ਨੇ, ਕੀ ਕੁਝ ਵਾਪਰਨਾ, ਇਹ ਸਾਰਾ ਕੁਝ ਤੁਹਾਨੂੰ ਪਹਿਲਾਂ ਨਜ਼ਰ ਆ ਗਿਆ। गुरियाई का है किस्सा जहाँ मैं बना चले, गुरियाई का है किस्सा जहाँ मैं बना चले। सिंगों की सल्तनत का है पोता लगा चले, पोता लगा चले। हम जान दे के औरों की जाने बचा चले, हम जान दे के औरों की जाने बचा चले। ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਡੀ ਵਿਰਾਸਤ ਦੇ ਉਹਨਾਂ ਸਮਿਆਂ ਦੀ ਕਹਾਣੀ ਹੈ ਜਦੋਂ ਨੀਹਾਂ 'ਚ ਖੜ੍ਹ ਕੇ ਸਿਰ ਦੇਣ ਵਾਲਿਆਂ ਸਾਹਮਣੇ ਤਖ਼ਤ 'ਤੇ ਬੈਠੇ ਸਿਰ ਲੈਣ ਵਾਲਿਆਂ ਦੇ ਕੱਦ ਛੋਟੇ ਹੋ ਗਏ। ਇਸ ਸਾਰੀ ਕਹਾਣੀ ਨੂੰ ਯੂਰਪੀ ਪੰਜਾਬੀ ਸੱਤ ਵਾਲਸਾਲ ਇੰਗਲੈਂਡ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ ਨਾਂ ਦੀ ਕਿਤਾਬ ਵਿੱਚ ਸਾਂਭਿਆ ਹੈ। ਇਸ ਕਿਤਾਬ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਸਰਦਾਰ ਚੇਤਨ ਸਿੰਘ ਉਹਨਾਂ ਨੇ ਜੋੜ ਜਾਮਾ ਪਵਾਇਆ ਹੈ। ਗੁਰੂ ਸਾਹਿਬ ਦੇ ਦਰਬਾਰੀ ਕਵੀ ਸੈਨਾਪਤੀ ਵੱਲੋਂ 1701 ਤੋਂ 1711 ਵਿਚਕਾਰ ਲਿਖੀ ਗਈ ਉਹਨਾਂ ਦੀ ਰਚਨਾ ਚਮਕੌਰ ਦਾ ਯੁੱਧ ਤੋਂ ਸ਼ੁਰੂ ਹੋ ਕੇ 2007 ਤੱਕ ਲਿਖੇ ਗਏ ਸ਼ਹੀਦੀ ਪ੍ਰਸੰਗਾਂ ਨਾਲ 880 ਵਰਕਿਆਂ ਵਿੱਚ ਫੈਲੀ ਇਹ ਕਿਤਾਬ ਅਜਿਹਾ ਦਸਤਾਵੇਜ਼ ਹੈ ਜੋ ਸਾਨੂੰ ਦਸ਼ਮੇਸ਼ ਪਿਤਾ ਦੇ ਪੁੱਤਰਾਂ ਵੱਲੋਂ ਖੜ੍ਹੇ ਕੀਤੇ ਸ਼ਹੀਦੀ ਮੁਨਾਰਿਆਂ ਦੇ ਦੀਦਾਰ ਕਰਵਾਉਂਦੀ ਹੈ। ਦੁਨੀਆ ਦੇ ਇਤਿਹਾਸ ਵਿੱਚ ਇਸ ਸ਼ਹੀਦੀ ਸਾਕੇ ਬਾਰੇ ਬਹੁਤ ਵਾਰ-ਵਾਰ ਲਿਖਿਆ ਗਿਆ, ਵਾਰ-ਵਾਰ ਲਿਖਾਰੀਆਂ ਨੇ ਲਿਖਿਆ, ਵਾਰ-ਵਾਰ ਕਵੀਆਂ ਨੇ ਲਿਖਿਆ। ਸਮਾਜ ਦੇ ਕਿਸੇ ਵੀ ਵਰਗ ਦਾ ਕੋਈ ਲਿਖਾਰੀ ਇਸ ਸ਼ਹੀਦੀ ਸਾਕੇ ਬਾਰੇ ਆਪਣੇ ਲਿਖਤੀ ਹੰਝੂ ਕੇਰਨ ਤੋਂ ਰਹਿ ਨਾ ਸਕਿਆ। ਸਿੱਖ ਲਿਖਾਰੀਆਂ ਨੇ, ਮੁਸਲਮਾਨ ਲਿਖਾਰੀਆਂ ਨੇ, ਜਿਨ੍ਹਾਂ ਦੇ ਵਿੱਚ ਮਿਰਜ਼ਾ ਅਬਦੁਲ ਗਨੀ, ਯੋਗੀ ਅੱਲਾ ਯਾਰ ਖਾਨ ਆਉਂਦੇ ਹਨ, ਅਤੇ ਹਿੰਦੂ ਲਿਖਾਰੀ ਜਿਨ੍ਹਾਂ ਵਿੱਚ ਦੁਰਗਾ ਦਾਸ, ਬਿਲਗਾ ਦਾਸ ਅਤੇ ਗੋਬਿੰਦ ਦਾਸ, ਮੈਥਿਲੀ ਸ਼ਰਨ ਗੁਪਤ ਆਦਿ ਕਵੀ ਹਿੰਦੀ ਦੇ ਆਉਂਦੇ ਹਨ। ਉਹਨਾਂ ਨੇ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਆਪਣੇ ਆਪਣੇ ਢੰਗ ਨਾਲ ਲਿਖ ਕੇ ਸ਼ਰਧਾਂਜਲੀ ਭੇਂਟ ਕੀਤੀ ਹੈ। ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਵੱਲ ਚਲੇ ਗਏ। ਮਾਛੀਵਾੜੇ ਦੇ ਜੰਗਲਾਂ ਵੱਲ ਪਹੁੰਚਦੇ ਪਹੁੰਚਦੇ ਜੋ ਕਸ਼ਟ ਉਹਨਾਂ ਨੇ ਸਹਾਰੇ ਹੋਣਗੇ ਉਹ ਇਤਿਹਾਸ ਦੱਸਦਾ ਹੈ, ਜੋ ਵੀ ਉਹਨਾਂ ਨੇ ਸਹੇ ਨੇ, ਕਿ ਇੱਕ ਤਾਜਾਂ ਤਖਤਾਂ ਵਾਲਾ ਕਿਵੇਂ ਪੈਦਲ ਜਾਂ ਘੋੜੇ 'ਤੇ ਜਿਵੇਂ ਵੀ ਉੱਥੇ ਗੁਰੂ ਸਾਹਿਬ ਪਹੁੰਚੇ ਨੇ ਮਾਛੀਵਾੜੇ 'ਚ, ਅਤੇ ਉਹ ਜੰਗਲ 'ਚ ਜਾ ਕੇ ਚਲੇ ਗਏ, ਜੰਗਲ 'ਚ ਚਲੇ ਗਏ। ਅਤੇ ਉੱਥੇ ਕਿਹਾ ਜਾਂਦਾ ਵੀ ਟਿੰਡ ਦਾ ਸਰਹਾਣਾ ਲਾ ਕੇ ਗੁਰੂ ਸਾਹਿਬ ਕੰਡਿਆਂ ਦੀ ਸੇਜ ਬਣਾ ਕੇ ਸੌਂ ਗਏ।
ਤੇ ਇਹਦੇ 'ਚ ਬਹੁਤ ਮਨ ਨੂੰ ਦੁੱਖ ਦੇਣ ਵਾਲੇ ਜਿਹੜੇ ਕਿੱਸੇ ਨੇ ਇਸ ਇਤਿਹਾਸ ਦੇ ਸਾਨੂੰ ਪੜ੍ਹਨ ਤੇ ਸੁਣਨ ਨੂੰ ਮਿਲਦੇ ਨੇ। ਮਾਛੀਵਾੜੇ ਦੇ ਜੰਗਲਾਂ 'ਚ ਟਿੰਡ ਦਾ ਸਹਾਰਾ ਲਾ ਕੇ ਗੁਰੂ ਸਾਹਿਬ ਸੁੱਤੇ ਰਹੇ ਤਾਂ ਉੱਥੇ ਵੀ ਉਹਨਾਂ ਨੂੰ ਸਿੰਘ ਪਹੁੰਚ ਗਏ, ਸਿੰਘ ਮਿਲੇ ਉਹਨਾਂ ਨੂੰ, ਤੇ ਉੱਥੇ ਹੀ ਗੁਰੂ ਸਾਹਿਬ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸ਼ਬਦ ਉਚਾਰਨ ਕੀਤਾ। ਉਹਨਾਂ ਨੇ ਆਪਣਾ ਜੋ ਵੇਦਨਾ ਸੀ, ਆਪਣੇ ਮਨ ਦਾ ਜੋ ਵੀ ਸੀਗਾ, ਤੇ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਉਹਨਾਂ ਨੇ ਕਿਹਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੇ ਉਹ ਸ਼ਬਦ ਬਹੁਤ ਹੀ ਸ਼ਰਧਾ ਨਾਲ ਪੜ੍ਹਿਆ ਸੁਣਿਆ ਜਾਂਦਾ, ਬਹੁਤ ਅੱਛਾ ਪਿਆਰਾ ਸ਼ਬਦ ਹੈ ਜਿਹੜਾ ਸਾਡੀ ਕੌਮ ਨੂੰ ਸੇਧ ਦਿੰਦਾ ਹੈ। ਉੱਥੇ ਗੁਰੂ ਸਾਹਿਬ ਨੂੰ ਭਾਈ ਨਵੀ ਖਾਂ ਤੇ ਗਨੀ ਖਾਂ ਨੇ, ਜਦੋਂ ਮੁਗਲ ਫੌਜਾਂ ਨੂੰ ਪਤਾ ਲੱਗਿਆ ਕਿ ਪਹਿਲਾਂ ਉਹਨਾਂ ਨੂੰ ਸ਼ੱਕ ਪੈ ਗਈ ਕਿ ਭਾਈ ਸੰਗਤ ਸਿੰਘ ਨੂੰ ਸ਼ਹੀਦ ਹੋਇਆ ਦੇਖ ਕੇ ਉਹਨਾਂ ਨੂੰ ਲੱਗਿਆ ਕਿ ਇਹ ਗੁਰੂ ਸਾਹਿਬ ਨੇ, ਤੇ ਬੜੀ ਉਹਨਾਂ ਨੇ ਖੁਸ਼ੀ ਮਨਾਈ। ਲੇਕਿਨ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਤਾਂ ਮਾਛੀਵਾੜੇ ਦੇ ਜੰਗਲਾਂ 'ਚ ਚਲੇ ਗਏ ਜਾਂ ਜਿੱਧਰ ਵੀ ਚਲੇ ਗਏ, ਉਹਨਾਂ ਨੇ ਸਾਰੇ ਪਾਸੇ ਘੇਰਾ ਪਾਇਆ, ਗੁਰੂ ਸਾਹਿਬ ਨੂੰ ਲੱਭਣ ਦੇ ਯਤਨ ਸ਼ੁਰੂ ਕਰ ਦਿੱਤੇ। ਗੁਰੂ ਸਾਹਿਬ ਨੇ 17 ਦਸੰਬਰ ਦੀ ਰਾਤ ਲੰਮੇ ਜੱਟਪੁਰੇ ਬਿਤਾਈ। ਇੱਥੇ ਹੀ ਰਾਏਕੋਟ ਦਾ ਨਵਾਬ ਰਾਏ ਕੱਲਾ ਆਪ ਨੂੰ ਮਿਲਣ ਆਇਆ। ਉਸ ਨੇ ਆਪਣੇ ਸਾਥੀ ਨੂਰੇ ਮਾਹੀ ਨੂੰ ਸਰੰਦ ਭੇਜ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਦੀ ਤਸਦੀਕ ਕਰਵਾਈ। ਜਦੋਂ ਨੂਰਾ ਮਾਹੀ ਖਬਰ ਲੈ ਕੇ ਵਾਪਸ ਪੁੱਜਿਆ ਤਾਂ ਗੁਰੂ ਸਾਹਿਬ ਨੇ ਆਪਣੇ ਤੀਰ ਨਾਲ ਘਾਹ ਦੀ ਜੜ ਪੁੱਟ ਕੇ ਕਿਹਾ ਕਿ ਜ਼ਾਲਮ ਮੁਗਲਾਂ ਦੀ ਜੜ ਇਸੇ ਤਰ੍ਹਾਂ ਪੱਟੀ ਜਾਵੇਗੀ। ਨੂਰੇ ਮਾਹੀ ਦਾ ਬਿਰਤਾਂਤ ਇੱਥੇ ਦੱਸਣ ਤੋਂ ਇਹੀ ਭਾਵ ਹੈ ਕਿ ਗੁਰੂ ਸਾਹਿਬ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੀਨਾ ਕਾਂਗੜ ਨੂੰ ਜਾਂਦੇ ਹੋਏ ਰਸਤੇ 'ਚ ਪਤਾ ਲੱਗਾ। ਸਰਹੰਦ ਚੋਂ ਸੁਨੇਹਾ ਮਿਲਿਆ, 9 ਨਿਹਾਲ ਟੁਰ ਗਏ ਨੇ, ਦੋਵੇਂ ਸ਼ਹੀਦ ਹੋ ਗਏ, ਗੋਦੀ ਦੇ ਲਾਲ ਤੁਰ ਗਏ ਨੇ। ਸੂਬੇ ਨੇ ਕੰਧਾਂ ਅੰਦਰ ਨਪੀੜ ਸੁੱਟੇ, 2 ਕੋਮਲ ਸਰੀਰ ਇੱਟਾਂ ਵਿੱਚ ਪੀੜ ਸੁੱਟੇ। ਇਹ ਸੁਣ ਕੇ ਉਹ ਮੁਸਕਰਾ ਕੇ ਉੱਠਿਆ, ਉਸ ਬਾਦਸ਼ਾਹ ਨੇ ਕੋਲ ਆ ਕੇ ਪੁੱਛਿਆ, ਨੂਰਿਆ ਤੂੰ ਰੂਬਰੂ ਸੈਂ, ਕੋਈ ਗੱਲ ਨਾ ਲੁਕਾਈ, ਹੋ ਸੱਚੋ ਸੱਚ ਦਸੀ, ਕੋਈ ਕਹਿਰ ਨਾ ਕਮਾਈ, ਕੋਈ ਹਿੱਜ ਤੇ ਨਾ ਕੇਰੀ, ਕੋਈ ਆ ਤੇ ਨਾ ਕੱਢੀ, ਮੇਰੇ ਸੋਹਣੇ ਲਾਲਾ ਉੱਚੀ ਸਾਹ ਤੇ ਨਾ ਕੱਢੀ। ਹੋ ਤੇਸੀ ਨਾਲ ਸੱਟ ਜਦੋਂ ਮਾਰੀ ਸੀ ਕਰਾਰੀ, ਮੇਰੇ ਫਤਿਹ ਨੇ ਕੋਈ ਉੱਚੀ ਚੀਕ ਤਾਂ ਨਾ ਮਾਰੀ। ਇਹ ਕਹਿਣ ਦਾ ਉਹਦਾ ਅੰਦਾਜ਼ ਵੱਖਰਾ, ਬਾਜਾਂ ਵਾਲੇ ਨੇ ਵਜਾਇਆ ਉਹ ਸਾਜ਼ ਵੱਖਰਾ। ਪੰਜਾਂ ਪਿਆਰਿਆਂ 'ਚੋਂ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਸ਼ਹੀਦ ਹੋਏ। 5 ਸਿੰਘ ਬਚੇ ਸੀ ਜੀ 8 ਪੋਹ ਦੀ ਸ਼ਾਮ ਤੱਕ, ਜਿਨ੍ਹਾਂ ਪੰਜਾਂ ਦੇ ਬਚਨ ਨੂੰ ਮੰਨ ਕੇ ਮਹਾਰਾਜ ਚਮਕੌਰ ਦੀ ਗੜੀ 'ਚੋਂ ਮਾਛੀਵਾੜੇ ਤੱਕ ਪਹੁੰਚਦੇ ਆ। ਉੱਥੋਂ ਮੁੜ ਕੇ ਨਬੀ ਖਾਂ ਗਨੀ ਖਾਂ ਦੇ ਸੇਵਾ ਦੇ ਨਾਲ ਆਲਮਗੀਰ ਤੱਕ, ਫਿਰ ਰਾਏਕੋਟ, ਤੇ ਫਿਰ ਮੁਕਤਸਰ ਸਾਹਿਬ ਤੋਂ ਹੁੰਦੇ ਹੋਏ ਦਮਦਮਾ ਸਾਹਿਬ। ਦਸਮ ਪਾਤਸ਼ਾਹ ਨੂੰ ਆਪਣੇ ਬੱਚੇ ਪਿਆਰੇ ਸਨ, ਜਿਵੇਂ ਸਾਨੂੰ ਸਾਡੇ ਬੱਚੇ ਲਾਡਲੇ ਪੁੱਤਰ ਪੋਤਰੇ ਸਭ ਪਿਆਰੇ ਹਨ। ਲੇਕਿਨ ਅਸੀਂ ਆਪਣੇ ਇਤਿਹਾਸ ਨੂੰ ਪਿੱਠ ਦੇ ਰਹੇ ਹਾਂ। ਸੱਚੇ ਪਾਤਸ਼ਾਹ ਕਿਰਪਾ ਕਰਨ, ਕੌਮ ਮੋੜਾ ਪਾਵੇ, ਪਾਤਸ਼ਾਹ ਬੋੜੀ ਕਰਨ, ਇਤਿਹਾਸ ਜੋ ਵਿਸਰ ਗਿਆ ਉਹ ਸਾਡੀ ਮੁੜ ਝੋਲੀ ਵਿੱਚ ਆਵੇ, ਸਾਡੀ ਦ੍ਰਿਸ਼ਟੀ 'ਚ ਆਵੇ। ਦੁੱਧ ਬਿਨ ਰੋਗ ਰਜਾਈਆਂ ਦਾ ਓਢਣ, ਦੁੱਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਨਾਗ ਨਿਵਾਸਾਂ ਦੇ ਰਹਿਣਾ,
ਗੁਰੂ ਸਾਹਿਬ ਜੀ ਦਾ ਜੰਗ ਕਿਸੇ ਧਰਮ ਫਿਰਕੇ ਮਜ਼ਹਬ ਵਿਰੁੱਧ ਨਹੀਂ ਸੀ, ਨਾ ਹੀ ਕਿਸੇ ਪ੍ਰਾਂਤ ਵਾਸਤੇ ਨਹੀਂ ਸੀ, ਨਾ ਕਿਸੇ ਜਾਤੀ ਵਾਸਤੇ ਸੀ। ਜ਼ੁਲਮ ਦੇ ਵਿਰੁੱਧ ਸੀ ਤੇ ਦੁਨੀਆ ਉੱਤੇ ਇਨਸਾਨੀ ਹੱਕ ਹਕੂਕਾਂ ਦੀ, ਹਰੇਕ ਦੀ ਜਿਹੜੀ ਧਾਰਮਿਕ ਆਜ਼ਾਦੀ ਹੈ, ਹਰੇਕ ਦੀਆਂ ਭਾਵਨਾਵਾਂ ਨੂੰ ਜਿੰਦਾ ਰੱਖਣ ਵਾਸਤੇ ਮਹਾਰਾਜ ਦੀ ਇਹ ਜੰਗ ਸੀ। ਸਾਲ ਜੀ ਕਰ ਵੀ ਮਰਨਾ ਜ਼ਰੂਰ ਹੈ, सार कौम से बचा कर जीना ये गैरत से दूर है। जे ओढ़ मरना ही है सदियाँ जू के, तो फिर बेगैरत होके क्यों मरी। इक्की दसंबर वाले दिन गुरु साहब दीना पिंड पुजे। उत्थे चौधरी शमीर, लखमीर ते तख्तमल तिन्ना भरावां ने आप नूं अपने चबारे विच उतारा दिता। दीना कांगड़ विच बैठ के गुरु साहब ने औरंगजेब नूं खत लिखिया, जिस नूं इतिहास विच जफरनामा दे नां नाल जाणिया जांदा है। जफरनामा विच गुरु गोबिंद सिंह जी ने औरंगजेब नूं लिखिया कि मैं तेरा एतबार नहीं कर सकदा, जिहड़ियां कसमां तूं खुदा दे नां ते खाधियां ਉਹ ਸਭ ਤੋੜੀਆਂ ਗਈਆਂ। ਤੂੰ ਦਗੇਬਾਜ਼ ਤੇ ਝੂਠਾ ਨਿਕਲਿਆ। ਠੀਕ ਹੈ, ਤੇਰੇ ਬੰਦਿਆਂ ਨੇ ਮੇਰੇ ਚਾਰੇ ਪੁੱਤ ਸ਼ਹੀਦ ਕਰ ਦਿੱਤੇ, ਪਰ ਕੀ ਹੋਇਆ? ਮੇਰਾ ਖਾਲਸਾ ਜੇ ਜਿਉਂਦਾ ਹੈ, ਜਿਹੜਾ ਤੇਰੀ ਜ਼ੁਲਮੀ ਵਹੀ ਦੇ ਖਾਤਿਆਂ ਦਾ ਹਿਸਾਬ ਆਪਣੀ ਕਲਮ ਨਾਲ ਕਰੇਗਾ। ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ ਨੂੰ। ਦੁੱਧ ਬਿਨ ਰੋਗ ਰਜਾਈਆਂ ਦਾ ਓਢਣ, ਦੁੱਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਨਾਗ ਨਿਵਾਸਾਂ ਦੇ ਰਹਿਣਾ, ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ। सूल सुराही खंजर प्याला, सूर सुराही खंजर प्याला, बिंग कसाया दा सैना, बिंग कसाया दा सैना, मित्र प्यारे ਨੂੰ, ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ ਨੂੰ। यारड़े दा सानू सथर चंगा, यारड़े दा सानू सथर चंगा, पठ खेड़िया दा रहना, पठ खेड़िया दा
ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ